जिन किए तिसै न चितै वपुड़े, हर गुरमुख सोची पाई। हाँ मैं रोग सब जगत व्यापिया, तिनका जन्म मरण दुख भारी। गुर प्रसादी को बिरला छूटै, तित जन कहाऊं बलिहारी। जन श्रेष्ठ साजी सोई हर जानै, ताका रूप पारो। नानक आपे बेकार विगसै, गुरमुख ब्रह्म विचार। जन श्रेष्ठ साजी सोई हर जानै, ताका रूप अपारो। नानक आपे बेकार विगसै, गुरमुख ब्रह्म विचार। वाहिगुरु जी का खालसा, वाहिगुरु जी की फतेह। ठीक। वाहिगुरु जी सतनाम श्री वाहिगुरु साहिब जीओ। मेरी चाह मैं हर दर्शन सुख होई। हमरी वेदन तू जानता शाह, अवर क्या जाने कोई। बेशुमार यथाह अगणित यतुल्य, जो बोला हो त्यों नानक दास बोले। तुधि आगे अरदास हमारी, जियो पिंड सब तेरा। कहो नानक सब तेरी वडियाई, सब तेरी वडियाई। कोई नाओ ना जाने मेरा। परम सत्कारयोग अकाल पुरख वाहिगुरु जी की अपार बख्शिश दया दृष्टि का सदका, जुगो जुगी अटल चवर तख्त छत्र दे मालक, रहबरी कुल आलम दीन दुनिया दे वाली, सच्चे पातशाह साहिब श्री गुरु ग्रंथ साहिब जी दे पावन पवित्र चरनां विच विराजमान सतगुरां दे बहुत प्यारे गुरु सवारे सत्कारयोग सत्संगियों,
ਸੁਭਾਗਾ ਸਮਾਂ ਅੰਮ੍ਰਿਤ ਵੇਲੇ ਦਾ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਅੰਮ੍ਰਿਤਮਈ ਬਾਣੀ ਨਾਲ ਸਾਂਝ ਪਾਉਣ ਦਾ ਪ੍ਰਾਪਤ ਹੋਇਆ ਹੈ। ਤੁਸੀਂ ਧੰਤਾ ਦੇ ਯੋਗ ਹੋ, ਵਡਿਆਈ ਦੇ ਪਾਤਰ ਹੋ, ਜਿਹੜੇ ਆਪਣੇ ਜੀਵਨ ਦੇ ਇਹਨਾਂ ਪਲਾਂ ਨੂੰ ਲੇਖੇ ਲਾ ਰਹੇ ਹੋ। ਆਓ ਜਿੰਨਾ ਸਮਾਂ ਹੋਰ ਸਤਿਗੁਰ ਬਖਸ਼ਿਸ਼ ਕਰਦੇ ਨੇ, ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਸਤ ਸੰਗਤ ਦੇ ਪ੍ਰਥਾਏ ਸਤਿਗੁਰਾਂ ਦੀ ਬਾਣੀ ਬਚਨ ਕਰਦੀ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਖੇ ਕਾਸ਼ਟ ਹਰਿਆ। ਇਸੇ ਕਰਕੇ ਸਤ ਸੰਗਤ ਦੀ ਵਡਿਆਈ ਹੈ। ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਸੂਹੀ ਰਾਗ ਵਿੱਚ। ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਬੋਲ ਨੇ। ਪਹਿਲੀਆਂ ਦੋ ਪੰਕਤੀਆਂ ਦੀ ਤੁਹਾਡੇ ਨਾਲ ਸਾਂਝ ਪਾਈਏ। ਪਾਤਸ਼ਾਹ ਕਹਿੰਦੇ, ਜਿਨ ਕੈ ਅੰਤਰ ਬਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ। ਜਿਨ੍ਹਾਂ ਦੇ ਹਿਰਦੇ 'ਚ, ਜਿਨ੍ਹਾਂ ਦੇ ਮਨ 'ਚ ਵਾਹਿਗੁਰੂ ਜੀ ਬਸ ਗਿਆ। ਹਰ ਹਰ ਸ਼ਬਦ ਇੱਥੇ ਦੋ ਵਾਰੀ ਵਰਤਿਆ। ਆਮ ਤੌਰ ਤੇ ਵਿਦਵਾਨ ਅਰਥ ਕਰਦੇ ਨੇ ਉਹ ਹਰੀ ਜਿਹੜਾ ਸਾਰੇ ਦੁੱਖ ਹਰਨ ਵਾਲਾ, ਉਹ ਹਰੀ ਜਿਹੜਾ ਸਭ ਨੂੰ ਹਰਾ ਭਰਾ ਕਰਨ ਵਾਲਾ। ਜਿਨ੍ਹਾਂ ਦੇ ਅੰਦਰ ਆਤਮੇ ਉਹ ਵਸ ਜਾਂਦਾ ਹੈ, ਉਹਨਾਂ ਦੇ ਸਾਰੇ ਤਰ੍ਹਾਂ ਦੇ ਰੋਗ ਖਤਮ ਹੋ ਜਾਂਦੇ। ਤਿੰਨ ਤਰ੍ਹਾਂ ਦੇ ਰੋਗ ਨੇ, ਆਦਿ ਰੋਗ, ਵਿਆਧ ਰੋਗ ਤੇ ਉਪਾਦ ਰੋਗ। ਆਦਿ ਰੋਗ ਹਉਮੈ ਨੂੰ ਕਹਿੰਦੇ ਨੇ। ਵਿਆਧ ਰੋਗ ਜਿਹੜੀਆਂ ਸਰੀਰ ਨੂੰ ਵਿਆਧੀਆਂ ਬਿਮਾਰੀਆਂ ਲੱਗਦੀਆਂ ਨੇ, ਤੇ ਉਪਾਦ ਰੋਗ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਇਲਜ਼ਾਮ ਕਹਿ ਦਿੰਦੇ ਹਾਂ, ਦੂਸ਼ਣ ਕਹਿ ਦਿੰਦੇ। ਪਾਤਸ਼ਾਹ ਕਹਿੰਦੇ ਤਿੰਨੇ ਹੀ ਖਤਮ ਹੋ ਜਾਂਦੇ ਹੈ। ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ। ਜਿਨ੍ਹਾਂ ਨੇ ਧਿਆਨ ਜੋੜ ਕੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਉਹ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ ਗਏ। ਤਿੰਨ ਪਵਿੱਤ ਪਰਮ ਪਦ ਪਾਏ। ਉਹਨਾਂ ਨੂੰ ਪਰਮ ਪਦਵੀ, ਉੱਚਾ ਆਤਮਿਕ ਦਰਜਾ ਪ੍ਰਾਪਤ ਹੋ ਗਿਆ। ਉਹ ਨਿਰਮਲ ਜੀਵਨ ਵਾਲੇ, ਸੋਹਣੇ ਜੀਵਨ ਵਾਲੇ ਹੋ। ਐਸੀ ਰਹਿਮਤ ਬਖਸ਼ਿਸ਼ ਮੇਰੇ ਪਾਤਸ਼ਾਹ ਸਾਡੇ ਸਾਰਿਆਂ ਤੇ ਕਰਨ। ਲੜੀਵਾਰ ਵਿਚਾਰ ਜਿਹੜੀ ਚੱਲ ਰਹੀ ਹੈ ਭਗਤ ਬਾਣੀ ਵਿੱਚੋਂ, ਬਿਲਾਵਲ ਰਾਗ ਵਿੱਚ ਅੰਮ੍ਰਿਤਮਈ ਬਾਣੀ ਭਗਤ ਕਬੀਰ ਸਾਹਿਬ ਜੀ ਦੀ। ਅੱਜ ਜਿਹੜੇ ਸ਼ਬਦ ਤੇ ਆਪਾਂ ਵਿਚਾਰ ਕਰਨੀ ਹੈ ਉਹ ਹਜ਼ੂਰ ਪਾਤਸ਼ਾਹ ਜੀ ਦੇ ਪਵਿੱਤਰ 856 ਅੰਗ ਤੇ ਵਿਰਾਜਮਾਨ ਹੈ। ਆਓ ਜੁੜਨ ਦਾ ਯਤਨ ਕਰੀਏ। ਸਾਰੇ ਪ੍ਰੇਮ ਵਿੱਚ ਭਿੱਜ ਕੇ ਸ਼ਰਧਾ ਭਾਵਨਾ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਬਿਲਾਵਲ ਨਿਤ ਉਠ ਕੋਰੀ ਗਾਗਰ ਆਣੈ, ਲੀਪਤ ਜਿਉ ਗਇਓ। ਇੱਥੇ ਜਿਹੜਾ ਕੋਰੀ ਸ਼ਬਦ ਹੈ ਇਹ ਕੋਰੀ ਨਹੀਂ ਹੈ। ਕੋਰੀ ਗਾਗਰ ਹੁੰਦੀ ਹੈ ਜਿਹਦੇ ਚ ਪਹਿਲਾਂ ਪਾਣੀ ਨਾ ਪਾਇਆ ਹੋਵੇ। ਅਸਲ ਚ ਕੋਰੀ ਜੁਲਾਹਾ ਜਾਤੀ ਨੂੰ ਕਹਿੰਦੇ। ਕਹਿੰਦੇ ਜੁਲਾਹਿਆਂ ਦਾ ਪੁੱਤਰ ਭਗਤ ਕਬੀਰ ਨਿਤ ਉਠ ਕੋਰੀ ਗਾਗਰ ਆਣੈ, ਪਾਣੀ ਦੀ ਗਾਗਰ ਭਰ ਕੇ ਲਿਆਉਂਦਾ ਹੈ। ਲੀਪਤ ਜਿਉ ਗਇਓ, ਕਿਉਂਕਿ ਕੱਪੜਾ ਬੁਣਨ ਦਾ ਕੰਮ ਕਰਦੇ ਸੀ, ਖੱਡੀ ਦਾ ਕੰਮ ਕਰਦੇ ਸੀ। ਲਿਪਦਾ ਆ ਕੇ ਪੋਚਾ ਦਿੰਦਾ ਪਰ ਜੀ ਨਹੀਂ ਲੱਗਦਾ।
ਆਪਣੇ ਆਪ ਨੂੰ ਇਹ ਮਹਿਸੂਸ ਕਰਦਾ ਹੈ ਕਿ ਇਹ ਖਪਣਾ ਹੀ ਹੈ, ਕਿਉਂਕਿ ਜੀ ਹੁਣ ਪਰਮਾਤਮਾ ਦੀ ਬੰਦਗੀ ਵੱਲ ਪਰਤਿਆ ਹੋਇਆ, ਉਧਰ ਜੁੜਿਆ ਹੋਇਆ। ਤਾਣਾ ਬਾਣਾ ਕਛੂ ਨਾ ਸੂਝੈ, ਹਰ ਹਰ ਰਸ ਲਪਟਿਓ। ਐਸੀ ਮਸਤੀ ਚੜੀ ਹੈ ਵਾਹਿਗੁਰੂ ਜੀ ਦੇ ਨਾਮ ਦੀ, ਖੱਡੀ ਬੁਣਨਾ, ਕੱਪੜਾ ਬੁਣਨਾ, ਤਾਣਾ ਤਾਣਾ, ਉਹਦਾ ਖਿਆਲ ਨਹੀਂ ਰਿਹਾ। ਹਰੀ ਦੇ ਰਸ ਵਿੱਚ ਐਸਾ ਮਗਨ ਹੈ, ਐਸਾ ਮਸਤ ਹੈ ਕਿ ਦੁਨੀਆ ਵਾਲੀ ਸੋਝੀ ਨਾ ਰਹੀ। ਤੇ ਘਰ ਦੇ ਵੀ ਨਾਰਾਜ਼ ਹੋ ਜਾਂਦੇ ਆ ਜਦੋਂ ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ। ਇਸ ਪਵਿੱਤਰ ਸ਼ਬਦ ਵਿੱਚ ਨਾ ਬੜੀ ਕਮਾਲ ਦੀ ਗੱਲ ਹੈ। ਭਗਤ ਜੀ ਦੀ ਜਿਹੜੀ ਮਾਂ ਹੈ ਉਹਨਾਂ ਦਾ ਜ਼ਿਕਰ ਕੀਤਾ ਭਗਤ ਜੀ। ਰਚਨਾ ਬੇਸ਼ੱਕ ਕਬੀਰ ਸਾਹਿਬ ਦੀ ਹੈ, ਪਰ ਉਸ ਮਾਂ ਦੇ ਦਰਦ ਦਾ ਵੀ ਜ਼ਿਕਰ ਕੀਤਾ ਹੈ ਇਸ ਸ਼ਬਦ ਵਿੱਚ। ਇਸ ਗੱਲ ਨੂੰ ਦੇਖ ਕੇ ਕਿ ਤੜਨਾ ਬੁਣਨਾ ਛੱਡੀ ਬੈਠਾ ਹੈ, ਘਰ ਦਾ ਗੁਜ਼ਾਰਾ ਕਿਵੇਂ ਹੋਊਗਾ, ਪਰਿਵਾਰ ਕਿਵੇਂ ਪੜੂਗਾ, ਕਿਉਂਕਿ ਵੱਡਿਆਂ ਨੂੰ ਇਸ ਗੱਲ ਦਾ ਫਿਕਰ ਹੁੰਦਾ ਹੀ ਹੈ। ਹਾਲਾਂਕਿ ਭਗਤ ਜੀ ਕੋਈ ਗੈਰ ਜ਼ਿੰਮੇਦਾਰ ਬੰਦੇ ਨਹੀਂ ਸੀ। ਕਿਰਤ ਕਮਾਈਆਂ ਆਪਦੀਆਂ ਕਰਨੀਆਂ, ਕਿਰਤ ਕਰਦੇ ਹੋਏ ਉਸ ਵਾਹਿਗੁਰੂ ਜੀ ਨਾਲ, ਉਹ ਕਣ ਕਣ ਵਿੱਚ ਰਮੇ ਹੋਏ ਪਰਮਾਤਮਾ ਨਾਲ ਜੁੜ ਕੇ ਰਹਿਣਾ, ਐਸਾ ਉਹਨਾਂ ਦਾ ਜੀਵਨ ਸੀ। ਪਰ ਮਾਂ ਦਾ ਖਿਆਲ ਇੱਥੇ ਪ੍ਰਗਟ ਕੀਤਾ ਹੈ, ਹਮਾਰੇ ਕੁਲ ਕੌਨੇ ਰਾਮ ਕਹਿਓ। ਮਾਂ ਕਹਿੰਦੀ ਵੀ ਸਾਡੇ ਕੁਲ ਚ ਕੌਣ ਸੀਗਾ ਜਿਹਨੇ ਕਦੇ ਰਾਮ ਰਾਮ ਜਪਿਆ ਹੋਵੇ, ਜਿਹਨੇ ਕਦੇ ਵਾਹਿਗੁਰੂ ਦਾ ਸਿਮਰਨ ਕਰਿਆ ਹੋਵੇ। ਕਿਸੇ ਨੇ ਅੱਜ ਤੱਕ ਕਹਿੰਦੇ ਕੋਈ ਜਾਣਦਾ ਹੀ ਨਹੀਂ ਸੀ ਸਾਡੇ ਘਰ 'ਚ ਕਿ ਰਾਮ ਕੀ ਹੁੰਦਾ ਹੈ, ਪਰਮਾਤਮਾ ਕੀ ਹੁੰਦਾ ਹੈ। ਹੈਰਾਨ ਹੋਗੇ ਤੁਸੀਂ ਅਗਲੀ ਪੰਕਤੀ ਸੁਣ ਕੇ। ਕਹਿੰਦੇ ਜਬ ਕੀ ਮਾਲਾ ਲਈ ਤੇ ਪੁੱਤੇ, ਤਬ ਤੇ ਸੁਖ ਨਾ ਪਇਓ। ਕਹਿੰਦੀ ਇਹ ਮੇਰਾ ਪੁੱਤਰ ਐਸਾ ਜੰਮਿਆ ਔਂਤਰਾ, ਪੁੱਤਾ ਔਂਤਰਿਆਂ ਨੂੰ ਕਹਿੰਦੇ ਨੇ, ਗਾਲ ਦੇ ਦਿੰਦੀਆਂ ਹੈਗੀਆਂ ਮਾਤਾਵਾਂ, ਬਸ ਆਮ ਹੀ ਹੈ ਰਿਵਾਜ, ਕਿਹਾ ਜਾਂਦਾ ਜਾਣੇ ਅਣਜਾਣੇ। ਕਹਿੰਦੇ ਜਦੋਂ ਤੋਂ ਇਹਨੇ ਮਾਲਾ ਪੜ੍ਹੀ ਹੈ ਨਾ, ਇਹ ਵਾਹਿਗੁਰੂ ਨਾਮ ਦਾ ਸਿਮਰਨ ਕਰਨ ਲੱਗਿਆ, ਜਦੋਂ ਦਾ ਇਹ ਬੰਦਗੀ ਕਰਨ ਲੱਗਿਆ, ਸਾਡੇ ਘਰ ਚੋਂ ਸੁੱਖ ਵਿਦਾ ਹੋ ਗਈ। ਤਬ ਤੇ ਸੁੱਖ ਨਾ ਪਇਓ, ਦੁਖੀ ਕਰਤਾ ਸਾਨੂੰ ਇਹਨੇ। ਸਾਡੇ ਘਰ 'ਚ ਤਾਂ ਕੋਈ ਜਾਣਦਾ ਹੀ ਨਹੀਂ ਸੀ ਰਾਮ ਕੀ ਹੁੰਦਾ ਹੈ, ਪਰਮਾਤਮਾ ਕੀ ਹੁੰਦਾ ਹੈ। ਇਹ ਕੰਮਕਾਰ ਛੱਡ ਕੇ ਇਸ ਕੰਮ 'ਚ ਲੱਗਿਆ ਹੋਇਆ, ਵਾਹਿਗੁਰੂ ਦੀ ਪ੍ਰਮਾਤਮਾ ਦੀ ਬੰਦਗੀ 'ਚ ਲੱਗਿਆ ਹੋਇਆ, ਸਾਡੇ ਘਰ ਦਾ ਸੁੱਖ ਖਤਮ ਹੋ ਗਿਆ। ਦੇਖੋ ਕੈਸਾ ਉਲਾਮਾ ਹੈ। ਰਹਾਓ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਨੇ, ਵਿਚਾਰ ਨਾ ਕਰੀਏ। ਇੱਥੇ ਕੀ ਖਿਆਲ ਹੈ ਕਿ ਜਦੋਂ ਕੋਈ ਰੱਬੀ ਰਾਹ ਤੇ ਚੱਲਦਾ ਹੈ ਨਾ, ਦੁਨੀਆ ਦੀ ਤਾਂ ਗੱਲ ਛੱਡੋ, ਉਹਦੇ ਘਰ ਦੇ ਵੀ ਨਾਰਾਜ਼ ਹੋ ਜਾਂਦੇ, ਕਿਉਂਕਿ ਤਾਲਮੇਲ ਨਹੀਂ ਬੈਠਦਾ। ਪਿਛਲੇ ਦਿਨਾਂ 'ਚ ਵੀ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਸੀ, ਸਾਰਾ ਜਗਤ ਝੁਕਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੱਗੇ, ਪਰ ਪਿਤਾ ਕਹਿੰਦਾ ਹੈ ਕਿ ਮੇਰਾ ਇਹ ਪੁੱਤਰ ਸਿਆਣਾ ਨਹੀਂ ਹੈ, ਸ਼ੁਦਾਈ ਹੈ। ਤੇ ਇੱਥੋਂ ਤੱਕ ਜ਼ਿਕਰ ਆਉਂਦਾ ਹੈ ਇਤਿਹਾਸਕ ਕਿ ਝਿੜਕਾਂ ਵੀ ਪਈਆਂ, ਡਾਂਟ ਵੀ ਪਈ ਸਤਿਗੁਰਾਂ, ਤੇ ਲੋਕਾਂ ਨੇ ਵੀ ਬੜਾ ਕੁਝ ਕਿਹਾ। ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਕੋਈ ਕਹਿੰਦੇ ਨਹੀਂ ਆਪਣੇ ਵਰਗਾ ਬੰਦਾ ਹੀ ਹੈ। ਅੱਡੋ ਅੱਡੀ ਖਿਆਲ ਸੰਸਾਰ ਦੇ। ਹੁਣ ਮਾਂ ਨੂੰ ਇਹ ਲੱਗਦਾ ਹੈ
कि भगत कबीर जिहड़ा इन्हें तड़ना मुड़ने का ख्याल घटाता, ये हुण संगत विच जांदा है, साधु संतां नाल रहिंदा है, रामानंद जी कोल जांदा है, साडे परिवार का ख्याल ये नहीं रखता, ते नपुता कहदी है, प्यार च गाल दिंदी है, कहदी जब की माला लई नपुते तब ते सुख ना पयो। जदों दी इस औंतरे ने माला चुकी है ना, कहदी साडे घर च सुखी विदा हो गया। बस ये समझाउण वास्ते कि रब दे प्यारिਆਂ ਦਾ ਸੰਸਾਰੀਆਂ ਨਾਲ ਮੇਲ नहीं आउंदा, भगतां तै सहसारियां मेल कदे ना आया। भगतां दा रस्ता वखरा हुंदा है ते संसारियां दा वखरा हुंदा। अगे वचन करदे ने, सुनो जिठाणी सुनो दिराणी, अचरज एक पयो। आपदे शरीके वालियां नूं कहदी है कबीर जी दी मां, कहदी दराणी ते जठाणी जिहड़ियां उन्हां दीयां हैगीआं, मेरी गल सुणना करो। बड़ी आश्चर्य जी खेड होई है, बड़ी हैरानगी वाली गल है। साध सूत इन मुंडिए खोए, एहो मुंडिया क्यों ना मोयो। साध सूत कहते हैं, साध सूतर सूत का काम करना छड्ड देना। दुलाहां दी बोली च कहा जाता है साध सूत, कहते इन्हें सूतर का काम करना छड्ड दिता है, खो दिता है, परे कर दिता है, ये साडा नुकसान करी जाता है। ते देखो कैसी अलौकिक खेड है, कहते एहो मुंडियो क्यों ना मोयो, ये साडा नुकसान करदा है, मर क्यों नहीं जाता। ये साडा मुंडा मर क्यों नहीं जाता, ये साडा नुकसान करता है, यही मर जाता है। इस तो चंगा सच जानियो, हजम करनी औखी है गल। बस माता पिता कई बारी कह देते है, जे दो पुत्र होण ना, गल तां थोड़ी जी करनी जी है, हजम करनी औखी है। एक तां नेक कमाई वाला होवे ते गुजारा चलदा होवे, ईमानदार होवे, सच्ची सुच्ची किरत नाल जुड़िया होवे। दूसरा किसी ऐसे ठिकाने ते होवे भी ठगियां ठोरियां मार के बावा जेबां भर के लियाउंदा होवे। साडे समाज दीयां गल्लां ने, कोई बाहरों नहीं आणे। दुख नाल कहना पैंदा, बहु गिणती माता पिता जेबां भरन वाले नूं पसंद करदे, सच्ची सुच्ची किरत वाले नूं पसंद नहीं करदे। ਉਹਨੂੰ ਕਹਿਣਗੇ, ਉਹਨੂੰ ਤਾਂ ਹਲਾਸ਼ੇਰੀ ਦੇਣਗੇ, ਬੜੀ ਕਮਾਈ ਕਰਕੇ ਲਿਆਉਂਦਾ। ਬਸ ਬੇੜਾ ਤਾਂ ਉਦੋਂ ਹੀ ਗਰਕ ਹੋ ਗਿਆ ਜਿੱਦੇ ਸਾਡੇ ਮੁਲਕ ਦੇ ਲੋਕ ਛਲ ਕਪਟ ਨੂੰ, ਚੋਰੀ ਨੂੰ ਕਮਾਈ ਕਹਿਣ ਲੱਗ ਗਏ। ਇਸੇ ਕਰਕੇ ਤਾਂ ਹਾਲਤ ਹੈ। ਠਗੀਆਂ ਚੋਰੀਆਂ ਨੂੰ ਕਮਾਈ ਦੱਸਦੇ ਤੇ ਮਾਂ ਪਿਓ ਵੀ ਨਾਲ ਹੀ ਲੱਗ ਗਏ, ਕਹਿੰਦੇ ਸਾਡਾ ਮੁੰਡਾ ਬੜੀ ਕਮਾਈ ਕਰਦਾ। ਉਹ ਜਿਹੜਾ ਸੱਚੀ ਸੁੱਚੀ ਕਿਰਤ ਵਾਲਾ ਉਹਨੂੰ ਆਖਣਗੇ ਤਾਂ ਭੌਂਦੂ ਹੈ, ਇਹਨੂੰ ਤਾਂ ਪੈਸੇ ਬਣਾਉਣੇ ਹੀ ਨਹੀਂ ਆਉਂਦੇ। ਤਾਲਮੇਲ ਨਹੀਂ ਨਾ ਬੈਠਦਾ, ਸੱਚ ਨਾਲ ਹਰੇਕ ਥੋੜ੍ਹਾ ਹੀ ਜੁੜ ਸਕਦਾ। ਇਸੇ ਕਰਕੇ ਕਈ ਵਾਰੀ ਕਹਿ ਵੀ ਦਿੰਦੇ ਆ ਦੁਖੀ ਹੋਏ, ਆਖਣਗੇ ਮਾਰੀ ਕਿਉਂ ਨਹੀਂ ਜਾਂਦਾ, ਇਹ ਆਪ ਭੁੱਖਾ ਮਾਰਦਾ, ਸਾਨੂੰ ਵੀ ਭੁੱਖਾ ਮਾਰਦਾ। ਉਸੇ ਤਰ੍ਹਾਂ ਦਾ ਹੀ ਖਿਆਲ ਇੱਥੇ ਕਬੀਰ ਸਾਹਿਬ ਦੀ ਮਾਤਾ ਨੇ ਪ੍ਰਗਟ ਕੀਤਾ ਬਈ ਇਹ ਕੰਮ ਧੰਦਾ ਛੱਡ ਕੇ ਨੁਕਸਾਨ ਕਰੀ ਜਾਂਦਾ ਸਾਡਾ, ਇਸ ਤੋਂ ਚੰਗਾ ਇਹ ਮਾਰੀ ਕਿਉਂ ਨਹੀਂ ਜਾਂਦਾ। ਤੇ ਹੁਣ ਅਗਲੀਆਂ ਪੰਕਤੀਆਂ ਤੇ ਧਿਆਨ ਵਧਾਇਓ।
ਕਬੀਰ ਕਹਿੰਦੇ ਨੇ ਆਪਣੀ ਮਾਂ ਨੂੰ, ਕਹਿੰਦੇ ਮਾਂ ਫਿਕਰ ਨਾ ਕਰ, ਸਰਬ ਸੁਖਾਂ ਕਾ ਏਕ ਹਰਿ ਸੁਆਮੀ, ਸੋ ਗੁਰ ਨਾਮ ਦਇਓ। ਕਹਿੰਦੇ ਮੇਰੀਏ ਮਾਂ ਫਿਕਰ ਨਾ ਕਰ, ਸਾਰੇ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਮਾਲਕ ਇੱਕ ਹੈ। ਤੇ ਮੈਨੂੰ ਮੇਰੇ ਗੁਰੂ ਨੇ ਉਹਦੇ ਨਾਮ ਦੀ ਦਾਤ ਦੇ ਦਿੱਤੀ ਹੈ, ਉਹਦੇ ਨਾਲ ਮੈਨੂੰ ਮੇਰੇ ਗੁਰੂ ਨੇ ਜੋੜ ਦਿੱਤਾ ਹੈ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਹਰ ਨਾਖਸ਼ ਨਖ ਬਿਦਰਿਓ। ਕਹਿੰਦੇ ਮੈਂ ਉਸ ਪਰਮਾਤਮਾ ਨਾਲ ਜੁੜਿਆ ਜਿਹਨੇ ਬਾਲ ਉਮਰ ਦੇ ਸਾਧੂ ਸੰਤ ਪ੍ਰਹਿਲਾਦ ਦੀ ਲੱਜ ਰੱਖੀ। ਬੜਾ ਖਤਰਨਾਕ ਸੀ। ਅੱਜ ਮੈਂ ਹੁਣੇ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਹੈ, ਹਰਨਾਕਸ਼ ਤੇ ਪਿਓ ਪੁੱਤਰ ਦੀ ਦੁਸ਼ਮਣੀ ਪੈ ਗਈ। ਕਿਉਂ ਪਈ? ਕਰੇ ਹੈ ਨਾ ਬਚਨ, ਤੁਹਾਡੇ ਚਰਨਾਂ 'ਚ ਤਾਲਮੇਲ ਨਹੀਂ ਬੈਠਿਆ। ਪੁੱਤ ਭਗਤ ਹੈ, ਪਿਓ ਹੰਕਾਰੀ ਹੈ। ਪਿਤਾ ਕਹਿੰਦਾ ਹੈ ਮੈਂ ਹੀ ਰੱਬ ਹਾਂ। ਜਦੋਂ ਬੰਦੇ ਦਾ ਹੰਕਾਰ ਜ਼ਰੂਰਤ ਤੋਂ ਜ਼ਿਆਦਾ ਵੱਧ ਜਾਂਦਾ ਹੈ ਨਾ, ਲੋਕੀ ਅਧੀਨ ਹੋ ਜਾਂਦੇ ਹੈ। ਫਿਰ ਇੱਕ ਸਮਾਂ ਐਸਾ ਆਉਂਦਾ ਹੈ, ਫਿਰ ਉਹ ਸੋਚਦਾ ਹੈ ਵੀ ਹੁਣ ਰੱਬ ਹੀ ਮੇਰੇ ਤੋਂ ਵੱਡਾ ਹੈ, ਮੈਂ ਆਪਣੇ ਆਪ ਨੂੰ ਰੱਬ ਹੀ ਅਖਵਾਉਣ ਲੱਗ ਜਾ, ਉਹਨੂੰ ਵੀ ਛੋਟਾ ਕਰਾਂ। ਇਹ ਭੁਲੇਖਾ ਅਕਬਰ ਨੂੰ ਵੀ ਪਿਆ। ਜਦੋਂ ਅਕਬਰ ਮਹਾਨ ਹੋਣ ਲੱਗੀ ਨਾ, ਇਹਨੇ ਰੱਬ ਬਣਨ ਦਾ ਯਤਨ ਕੀਤਾ। ਕਹਿੰਦਾ ਮੈਂ ਧਰਮ ਚਲਾਊਂਗਾ ਨਵਾਂ ਦੀਨੇ ਇਲਾਹੀ। ਤੇ 9 ਰਤਨ ਸੀ ਇਹਦੇ ਰਾਜ 'ਚ, 8 ਨੇ ਹਾਂ ਵੀ ਭਰਤੀ। ਕਹਿੰਦੇ ਜੀ ਠੀਕ ਹੈ। ਇੱਕ ਗ੍ਰਹਿ ਮੰਤਰੀ ਸੀ ਵਜ਼ੀਰੇ ਖਾਨਾ, ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ ਸਾਡੇ ਮੁਲਕ 'ਚ ਬੜੇ ਅਦਬ ਨਾਲ ਨਾਂ ਲਿਆ ਜਾਂਦਾ ਹੈ, ਰਹੀਮ ਸਾਹਿਬ। ਉਹ ਖੁਦਾ ਪ੍ਰਸਤ ਬੰਦੇ ਸੀ। ਆਪਣੀ ਤਾਂ ਸਿੱਖਾਂ 'ਚ ਤਾਂ ਰਿਵਾਜ ਹੈ ਕਿ ਦਸਵੰਧ ਕੱਢਣਾ ਹੈ, ਉਹਦੇ ਵਾਸਤੇ ਜ਼ਿਕਰ ਆਉਂਦਾ ਹੈ ਕਿ ਉਹ ਆਪਣੀ ਕਮਾਈ ਦਾ 90% ਹਿੱਸਾ ਦਾਨ ਵਿੱਚ ਦੇ ਦਿੰਦੇ ਸੀ। ਇੰਨੇ ਵਧੀਆ ਇਨਸਾਨ ਸੀ। ਸਾਫ਼ ਕਹਿ ਦਿੱਤਾ ਅਕਬਰ ਨੂੰ, ਕਹਿੰਦੇ ਬਾਦਸ਼ਾਹ ਸਲਾਮਤ, ਤੁਹਾਨੂੰ ਬਾਦਸ਼ਾਹ ਕਰਕੇ ਅਸੀਂ ਝੁਕ ਸਕਦੇ ਹਾਂ, ਹੱਥ ਜੋੜ ਸਕਦੇ ਹਾਂ। ਤੁਹਾਡੇ ਕੋਲ ਕੋਈ ਐਸਾ ਰੱਬੀ ਕਲਾਮ ਨਹੀਂ ਹੈ ਕਿ ਅਸੀਂ ਤੁਹਾਨੂੰ ਖੁਦਾ ਕਰਕੇ ਸਿਜਦਾ ਕਰੀਏ। ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਇਸ ਗੱਲ ਦਾ ਫਿਰ ਅਕਬਰ ਨੇ ਗੁੱਸਾ ਵੀ ਮੰਨਿਆ, ਪਰ ਅਕਬਰ ਫੇਰ ਸਿਆਣਾ ਸੀ, ਸਮਝਦਾਰ ਸੀ। ਉਹਦੇ ਪੁੱਤਰ ਨੇ ਫਿਰ ਉਹਨੂੰ ਦੇਸ਼ ਨਿਕਾਲਾ ਦਿੱਤਾ, ਸਲੀਮ ਨੇ, ਜਹਾਂਗੀਰ। ਕਹਿੰਦੇ ਉੱਥੇ ਚਲਿਆ ਜਾ, ਰਹੀਮ ਸਾਹਿਬ ਨੂੰ ਕਹਿੰਦੇ ਬਈ ਮੇਰੀਆਂ ਅੱਖਾਂ ਦੇ ਸਾਹਮਣੇ ਨਹੀਂ ਆਉਣਾ ਚਾਹੀਦਾ। ਮੂਲ ਪੰਕਤੀ ਤੇ ਆਵਾਂ, ਪ੍ਰਹਲਾਦ ਦੀ ਤੇ ਹਰਨਾਕਸ਼ ਦੀ ਗੱਲ ਹੋ ਰਹੀ ਸੀ। ਹਰਨਾਕਸ਼ ਨੂੰ ਵੀ ਇਸੇ ਤਰ੍ਹਾਂ ਦਾ ਹੰਕਾਰ ਹੋਇਆ। ਉਹ ਵੀ ਲੋਕਾਂ 'ਚ ਉਹਨੇ ਪ੍ਰਚਾਰ ਕਰ ਦਿੱਤਾ, ਕਹਿੰਦੇ ਵੀ ਮੈਂ ਹੀ ਰੱਬ ਹਾਂ, ਪਰਮਾਤਮਾ ਮੈਂ ਹੀ ਹਾਂ। ਕਹਿੰਦਾ ਸਾਰੇ ਕਿਹਾ ਕਰੋ ਜਲ ਹਰਨਾਕਸ਼, ਥਲ ਹਰਨਾਕਸ਼। ਤੇ ਘਰ ਹੀ ਜੰਮ ਪਿਆ ਪੁੱਤਰ। ਕਹਿੰਦਾ ਬਾਪੂ ਤੂੰ ਹੋ ਗਿਆ ਬੁੱਢਾ, ਗਲਤ ਗੱਲ ਕਰੀ ਜਾਂਦਾ ਹੈ। ਬਾਪੂ ਜੀ ਜਲ ਹੈ ਰਾਮ, ਥਲ ਹੈ ਰਾਮ, ਕਣ ਕਣ ਵਿੱਚੋਂ ਵਾਹਿਗੁਰੂ ਰਮਿਆ ਹੋਇਆ, ਤੂੰ ਨਹੀਂ ਹੈ। ਬਸ ਦੁਸ਼ਮਣੀ ਪੈ ਗਈ। ਕਿਸੇ ਨਾ ਬਦਏ ਆਪ ਹੰਕਾਰੀ। ਹੰਕਾਰੀ ਬੰਦਾ ਦੂਜੇ ਨੂੰ ਕਦੋਂ ਜਰਦਾ, ਕਹਿੰਦਾ ਮਾਰ ਦਿਓ ਮੇਰੇ ਪੁੱਤ ਨੂੰ ਹੀ ਮਾਰ ਦਿਓ।
ਇਹ ਵਿਘਨ ਬਣਦਾ ਹੈ, ਰੁਕਾਵਟ ਬਣਦਾ ਹੈ ਮੇਰੇ ਰਸਤੇ ਦੀ। ਉਹ ਤੁਹਾਨੂੰ ਪਤਾ ਹੈ ਇਤਿਹਾਸ ਦਾ ਬਹੁਤ ਸਾਰੇ ਤਰੀਕੇ ਅਪਣਾਏ ਗਏ ਭਗਤ ਜੀ ਨੂੰ ਮਾਰਨ ਵਾਸਤੇ। ਇੱਥੇ ਕਹਿੰਦੇ ਨੇ ਭਗਤ ਕਬੀਰ ਸਾਹਿਬ, ਕਹਿੰਦੇ ਮੇਰੀਏ ਮਾਂ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ। ਸੰਤ ਪ੍ਰਹਿਲਾਦ ਦੀ ਜਿਹਨੇ ਪੈਜ ਰੱਖੀ, ਇੱਜ਼ਤ ਰੱਖੀ, ਉਸ ਪਰਿਪੂਰਨ ਪ੍ਰਮਾਤਮਾ ਨੇ ਹਰਨਾਕਸ਼ ਨਖ ਬਿਦਰਿਓ ਤੇ ਨਰਸਿੰਘ ਰੂਪ ਧਾਰਨ ਕਰਕੇ ਹਰਨਾਕਸ਼ ਨੂੰ ਨੌਹਾਂ ਨਾਲ ਪਾੜ ਖਤਮ ਕਰ ਦਿੱਤਾ। ਕਹਿੰਦੇ ਮੈਂ ਉਹਦੇ ਨਾਲ ਜੁੜਿਆ। ਫਿਕਰ ਨਾ ਕਰ, ਸਾਰੇ ਸੁੱਖਾਂ ਦਾ ਦਾਤਾ ਉਹ ਹੈ। ਘਰ ਕੇ ਦੇਵ ਪਿੱਤਰ ਕੀ ਛੋਟੀ, ਗੁਰ ਕੋ ਸ਼ਬਦ ਲਿਓ। ਹੁਣ ਆਪਣੇ ਘਰਾਂ 'ਚ ਆਪ ਕੀ ਰਿਵਾਜ ਚੱਲਦੇ ਆ? ਇਹ ਰਿਵਾਜ ਸਾਰਿਆਂ ਦੇ ਚੱਲਦੇ ਆਏ। ਜਿਵੇਂ ਜਿਵੇਂ ਸੋਝੀ ਆਉਂਦੀ ਜਾਂਦੀ ਹੈ ਗੁਰ ਸ਼ਬਦ ਦੇ ਨਾਲ, ਭਾਗਾਂ ਵਾਲੇ ਨੇ ਉਹ ਜਿਹੜੇ ਇਹਨਾਂ ਵਹਿਮਾਂ ਭਰਮਾਂ ਤੋਂ ਉੱਚੇ ਉੱਠ ਜਾਂਦੇ ਨੇ। ਨਹੀਂ ਹੈ ਨੇ ਬਹੁਤੇ ਹਲੇ ਵੀ ਫਸੇ ਫਿਰਦੇ ਨੇ। ਕਹਿੰਦੇ ਵਡੇਰਿਆਂ ਨੂੰ ਪੂਜਣਾ, ਜਠੇਰਿਆਂ ਨੂੰ ਪੂਜਣਾ, ਲੱਸੀ ਪਾਉਣੀ ਹੈ, ਮਟੀਆਂ ਬਣਾਉਣੀਆਂ, ਇਸ ਤਰ੍ਹਾਂ ਦੇ ਕੰਮ। ਪਿੱਤਰਾਂ ਨੂੰ ਛਕਾਉਣਾ, ਸਲਾਦ ਕਰਨੇ, ਇਸ ਤਰ੍ਹਾਂ ਦੇ ਰਿਵਾਜ ਹਲੇ ਵੀ ਹੈ ਸਾਡੇ ਸਮਾਜ ਪ੍ਰਚਲਿਤ ਹੈ। ਤੇ ਉਹ ਗੱਲ ਤਾਂ ਹੱਸਣ ਜੀ ਵਾਲੀ ਹੈ। ਇਹ ਹੈ ਵੀ ਸਾਡੇ ਸਮਾਜ ਦੀ ਹਕੀਕਤ। ਇੱਥੇ ਜਦੋਂ ਭਾਈ ਪੰਥਪ੍ਰੀਤ ਸਿੰਘ ਜੀ ਆਏ ਸੀ, ਉਹਨਾਂ ਨੇ ਸੁਣਾਈ ਸੀ ਇਹ ਗੱਲ। ਕਹਿੰਦੇ ਸਰਾਧ ਆ ਗਏ, ਮੁੰਡੇ ਦਾ ਬਾਪੂ ਸੀ ਮਰਿਆ, ਡੈਥ ਹੋਈ ਸੀ ਤੇ ਮਾਤਾ ਨੇ ਕਹਿ ਦਿੱਤਾ, ਕਹਿੰਦੀ ਪੁੱਤਰ ਆਪਾਂ ਗਾਵਾਂ ਨੂੰ ਕੁੱਤਿਆਂ ਨੂੰ ਨਾ ਖੁਰਾਕਾਂ ਪਾਉਣੀਆਂ ਸਰਾਧਾਂ ਦੇ ਨਾਲ, ਤੇ ਜਾ ਮੇਰਾ ਪੁੱਤ ਉੱਤੇ ਕੋਠੇ ਤੇ ਜਾ ਕੇ ਆ ਗਾਂ ਬੈਠੇ ਨੇ ਉਹਨਾਂ ਨੂੰ ਭੋਜਨ ਪਾ ਕੇ ਆ। ਹੁਣ ਬੱਚਾ ਸੀ ਪੜ੍ਹਿਆ ਲਿਖਿਆ, ਕਹਿਣ ਲੱਗਿਆ ਮਾਤਾ ਕਿਉਂ ਪਾਉਣਾ ਭੋਜਨ ਗਾਵਾਂ ਨੂੰ? ਕਹਿੰਦੀ ਤੇਰੇ ਪਿਓ ਤੱਕ ਪਹੁੰਚੂਗਾ, ਤੇਰੇ ਪਿਤਾ ਤੱਕ ਪਹੁੰਚੂ। ਹੁਣ ਬੱਚੇ ਅੱਜ ਕੱਲ ਪੜ੍ਹ ਲੈ ਕੇ ਉਹ ਗਿਆ ਉੱਪਰ, ਤੇ ਉੱਪਰ ਜਾ ਕੇ ਖਿਆਲ ਹੋ ਰਿਹਾ ਹੈ ਕਈ ਕਾਂ ਬੈਠੇ ਸੀ। ਥੱਲੇ ਆ ਕੇ ਕਹਿੰਦਾ ਮਾਤਾ ਉੱਥੇ ਤਾਂ ਕਈ ਕਾਂ ਬੈਠੇ ਆ, ਉਹਨਾਂ ਚੋਂ ਮੇਰਾ ਪਿਓ ਕਿਹੜਾ ਉਹ ਦੱਸ, ਮੈਨੂੰ ਪਛਾਣ ਦੱਸ, ਮੈਂ ਫਿਰ ਉਸ ਨੂੰ ਤਾਂ ਪਾਵਾਂ, ਕਿਤੇ ਉਹ ਨਾ ਭੁੱਖਾ ਰਹੇ। ਉੱਥੇ ਤਾਂ ਕਈ ਕਾਂ ਬੈਠੇ। ਇਸ ਤਰ੍ਹਾਂ ਦੇ ਵਹਿਮਾਂ ਭਰਮਾਂ ਵਿੱਚ ਸੰਸਾਰ ਪਿਆ ਹੋਇਆ ਹੈ। ਭਗਤ ਜੀ ਇੱਥੇ ਇਹੀ ਗੱਲ ਕਰ ਰਹੇ ਨੇ, ਕਹਿੰਦੇ ਮੇਰੀਏ ਮਾਂ ਘਰ ਕੇ ਦੇਵ, ਆ ਜਿਹੜੇ ਤੁਸੀਂ ਅਖੌਤੀ ਪੂਜਾ ਕਰਦੇ ਹੋ, ਪਿੱਤਰ ਕੀ ਛੋੜੀ, ਜਿਹੜੀ ਤੁਸੀਂ ਪਿੱਤਰਦਾਨ ਸਰਾਧ ਵਗੈਰਾ ਕਰਦੇ ਹੋ, ਪਿਤਾ ਪੁਰਖੀ ਜਿਹੜੀ ਚੱਲਦੀ ਹੈ, ਸ਼ਖਸੀ ਪੂਜਾ ਜਿਹੜੀ ਚੱਲਦੀ ਹੈ, ਮੈਂ ਇਹਨੂੰ ਛੱਡ ਬੈਠਾ। ਗੁਰ ਕੋ ਸ਼ਬਦ ਲਿਓ, ਮੈਂ ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਰ ਲਿਆ, ਮੈਂ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦਾ ਹਿੱਸਾ ਬਣਾ ਲਿਆ। ਕਹਿਤ ਕਬੀਰ ਸਗਲ ਪਾਪ ਖੰਡਨ, ਤੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਉਸ ਕਣ ਕਣ ਵਿੱਚ ਰਮੇ ਹੋਏ ਵਾਹਿਗੁਰੂ ਜੀ ਨਾਲ ਜੋੜ ਦਿੱਤਾ, ਜਿਹੜਾ ਸਾਰੇ ਪਾਪਾਂ ਨੂੰ ਖੰਡਣ ਦੀ ਸਮਰੱਥਾ ਰੱਖਦਾ, ਜਿਹੜਾ ਸਾਰੇ ਦੋਸ਼ ਮਿਟਾਉਣ ਦੀ ਸਮਰੱਥਾ ਰੱਖਦਾ। ਸੰਤੈ ਲੈ ਉਦਰਿਓ, ਰੱਬ ਦੇ ਪਿਆਰਿਆਂ ਨਾਲ ਬੈਠ ਕੇ ਮੈਂ ਇਹਨੂੰ ਗ੍ਰਹਿਣ ਕੀਤਾ ਗੁਰ ਸ਼ਬਦ ਦੀ ਰਾਹੀਂ, ਤੇ ਇਸ ਤਰ੍ਹਾਂ ਮੇਰਾ ਕਲਿਆਣ ਹੋ ਗਿਆ, ਮੈਂ ਇਹਨਾਂ ਚੀਜ਼ਾਂ ਤੋਂ ਉੱਚਾ ਉੱਠ ਗਿਆ।
ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ। ਨਿਰੰਤਰਤਾ ਵਿੱਚ ਕਹਿੰਦੇ ਹੈ ਭਗਤ ਜੀ, ਕਹਿੰਦੇ ਪ੍ਰਮਾਤਮਾ ਵਰਗਾ ਰਾਜਾ ਕੋਈ ਨਹੀਂ ਹੈ। ਬੇਨਤੀ ਕੀਤੀ ਸੀ ਪਿਛਲੇ ਦਿਨਾਂ 'ਚ, ਰਾਜਾ ਦੇ ਜੇ ਅਸਲੀ ਅਰਥ ਕਰੀਏ ਤਾਂ ਰੱਜਿਆ ਹੋਇਆ ਰਾਜਾ। ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕੋਈ ਵਿਰਲਾ ਹੈ ਰਾਜਾ ਵੀ ਹੋਵੇ ਤੇ ਧਰਮੀ ਵੀ ਹੋਵੇ, ਰਜੇਵਾਂ ਆਇਆ ਹੋਵੇ, ਬਸ ਉਂਗਲਾਂ ਤੇ ਹੀ ਨਾ ਗਿਣੇ ਜਾ ਸਕਦੇ। ਗੋਪੀ ਚੰਦ ਜੀ ਦਾ ਜ਼ਿਕਰ ਆਉਂਦਾ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦਾ ਆਉਂਦਾ ਹੈ, ਰਾਜੇ ਹਰੀਸ਼ ਚੰਦਰ ਦਾ ਆਉਂਦਾ ਹੈ, ਬਸ ਗਿਣਤੀ ਦੇ ਨਾਲ ਜਿਨ੍ਹਾਂ ਨੇ ਸੰਤੋਖ ਦਿਖਾਇਆ। ਰਾਜੇ ਜਨਕ ਦਾ ਆਉਂਦਾ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਭਾਈ ਗੁਰਦਾਸ ਜੀ ਕਹਿੰਦੇ। ਨਹੀਂ, ਬਹੁ ਗਿਣਤੀ ਜਿਹੜੇ ਸੰਸਾਰ ਦੇ ਰਾਜੇ ਨੇ ਨਾ, ਉਹ ਭੁੱਖੀ ਦਿਖਾਉਂਦੇ, ਬਸ ਆਪਦੇ ਘਰ ਹੀ ਭਰਦੇ ਨੇ। ਇਸ ਕਰਕੇ ਇੱਥੇ ਭਗਤ ਜੀ ਨੇ ਕਹਿਤਾ ਕੋ ਹਰ ਸਮਾਨ ਨਹੀਂ ਰਾਜਾ। ਪਰਮਾਤਮਾ ਵਰਗਾ ਰਾਜਾ, ਪਰਮਾਤਮਾ ਵਰਗਾ ਰੱਜਿਆ ਹੋਇਆ ਹੋਰ ਕੋਈ ਨਹੀਂ ਹੈ। ਐਸਾ ਰਾਜਿਆਂ ਦਾ ਰਾਜਾ ਕੇਵਲ ਪਰਮਾਤਮਾ ਹੀ ਹੈ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਭੂਪਤੇ ਧਰਤੀ ਦੇ ਰਾਜੇ ਸਭ ਦਿਵਸ ਚਾਰ ਕੇ, 4 ਦਿਨਾਂ ਦੀ ਇਹਨਾਂ ਦੀ ਖੇਡ ਹੁੰਦੀ ਹੈ। ਇਹ ਕਿਹੜਾ ਸਦਾ ਬਣੇ ਰਹਿੰਦੇ? ਪਰਮਾਤਮਾ ਐਸਾ ਰਾਜਾ ਹੈ ਜਿਹੜਾ ਸਦਾ ਬਣਿਆ ਰਹਿੰਦਾ। ਤੇ ਕਹਿੰਦੇ ਝੂਠੇ ਕਰਤ ਦਿਵਾਜਾ, ਇਹ ਝੂਠੇ ਦਿਖਾਵੇ ਵੀ ਕਰਦੇ। ਤੇ ਸਾਡੇ ਨਾਲੋਂ ਬਿਹਤਰ ਕੌਣ ਜਾਣਦਾ ਹੈ, ਸਾਡੇ ਮੁਲਕ ਵਿੱਚ ਤਾਂ ਹੁੰਦਾ ਹੀ ਦਿਖਾਵਾ। ਰਾਜ ਕਰਨ ਵਾਲੇ ਜਿੰਨਾ ਦਿਖਾਵਾ ਸਾਡੇ ਮੁਲਕ ਵਿੱਚ ਕਰਦੇ ਹੈ, ਉਹਨਾਂ ਕਿਤੇ ਹੋਰ ਹੁੰਦਾ ਨਹੀਂ ਹੈ। ਬਸ ਪਤਾ ਨਹੀਂ ਕੀ ਖੁਦ ਦਾ ਜਿਹੜਾ ਕਰਦੇ ਹੈ ਗਾਂ ਉਹਨਾਂ ਦਾ ਪਰਿਵਾਰ, ਉਹਨਾਂ ਦੇ ਸੰਗੀ ਸਾਥੀ ਵੀ ਦਿਖਾਵਾ ਕਰਦੇ। ਰਹਾਓ ਵਿਸ਼ਰਾਮ ਦੇ ਕੇ ਕਿਰਪਾ ਕਰਦੇ ਨੇ, ਵਿਚਾਰ ਨਾ ਕਰੀਏ। ਤੇਰੋ ਜਨ ਹੋਏ ਸੋਏ ਕਤ ਡੋਲੇ, ਤੀਨ ਭਵਨ ਪਰ ਛਾਜਾ। ਕਹਿੰਦੇ ਜਿਹੜਾ ਤੇਰਾ ਸੇਵਕ ਬਣ ਜਾਂਦਾ ਹੈ ਨਾ, ਇਹ ਵਾਹਿਗੁਰੂ ਜੀ, ਉਹ ਇਹਨਾਂ ਸੰਸਾਰਿਕ ਰਾਜਿਆਂ ਤੋਂ ਡਰਦਾ ਨਹੀਂ ਹੈ, ਉਹ ਡੋਲਦਾ ਨਹੀਂ ਹੈ। ਤੀਨ ਭਵਨ ਪਰ ਛਾਜਾ, ਕਿਉਂਕਿ ਉਹ ਛਾਇਆ ਹੋਇਆ ਹੁੰਦਾ ਹੈ, ਉਹਦਾ ਪ੍ਰਭਾਵ ਵਿਆਪਕ ਹੁੰਦਾ ਹੈ। ਹਾਥ ਪਸਾਰ ਸਕੈ ਕੋ ਜਨ ਕੋ, ਬੋਲ ਸਕੈ ਨਾ ਅੰਦਾਜ਼ਾ। ਕਹਿੰਦੇ ਰੱਬ ਦੇ ਪਿਆਰੇ ਤੇ ਹੱਥ ਚੁੱਕਣਾ ਤਾਂ ਦੂਰ ਦੀ ਗੱਲ ਹੈ। ਜਿਹੜਾ ਜੁੜਿਆ ਹੋਇਆ, ਜਿਹਦਾ ਰਾਖਾ ਉਹ ਪਰਮਾਤਮਾ ਹੈ, ਉਹਦੇ ਅੱਗੇ ਕੋਈ ਬੋਲ ਵੀ ਨਹੀਂ ਸਕਦਾ। ਯਤਨ ਕੀਤਾ ਗਿਆ, ਕਈ ਵਾਰੀ ਤੁਹਾਡੇ ਨਾਲ ਸਾਂਝ ਪਾਈ ਹੈ ਭਗਤ ਜੀ ਨੂੰ ਝੁਕਾਉਣ ਦਾ, ਪਰ ਸਫਲ ਨਹੀਂ ਹੋਏ, ਕਿਉਂਕਿ ਮਨ ਕਰਕੇ ਡਰਦੇ ਨਹੀਂ ਤੇ ਤਨ ਤੋਂ ਉੱਚੇ ਉੱਠ ਗਏ। ਜ਼ਿਕਰ ਕਰਿਆ ਸੀ ਕੱਲ ਪਰਸੋਂ, ਅਖੀਰ ਵਾਲੀਆਂ ਪੰਕਤੀਆਂ। ਚੇਤ ਚੇਤ ਮੂੜ ਮਨ ਮੇਰੇ, ਬਾਜੇ ਅਨਹਦ ਬਾਜਾ। ਇਹ ਮੇਰੇ ਗਫਲਤ ਵਿੱਚ ਫਸੇ ਹੋਏ ਮਨ, ਉੱਤਮ ਵਕਤਾ ਦੇ ਤੌਰ ਤੇ ਸਮਝਾਉਂਦੇ ਨੇ, ਉਸ ਪਰਿਪੂਰਨ ਪ੍ਰਮਾਤਮਾ ਨੂੰ ਚੇਤੇ ਕਰ, ਉਸ ਵਾਹਿਗੁਰੂ ਜੀ ਨੂੰ ਚੇਤੇ ਕਰ। ਬਾਜੇ ਅਨਹਦ ਬਾਜਾ, ਜਦੋਂ ਚੇਤੇ ਕਰੇਗਾ ਤੇਰੇ ਅੰਦਰ ਇੱਕ ਰਸ ਆਨੰਦ ਦਾ ਬਾਜਾ ਵੱਜੂਗਾ। ਇਕਾਗਰਤਾ ਵਿੱਚ ਆਏਗਾ, ਤੇਰੇ ਅੰਦਰ ਆਨੰਦ ਦੀ ਅਵਸਥਾ ਬਣੂਗੀ।
ਕਹਿ ਕਬੀਰ ਸੰਸਾ ਭਰਮ ਚੂਕੋ, ਧਰੂ ਪ੍ਰਹਿਲਾਦ ਨਿਵਾਜਾ। ਕਬੀਰ ਜੀ ਕਹਿੰਦੇ ਨੇ ਕਿ ਜਦੋਂ ਕੋਈ ਉਸ ਪਰਮਾਤਮਾ ਨਾਲ ਜੁੜ ਜਾਂਦਾ ਹੈ, ਉਹਦੇ ਸਭ ਤਰ੍ਹਾਂ ਦੇ ਸਹਿਮ ਡਰ ਖਤਮ ਹੋ ਜਾਂਦੇ ਨੇ, ਉਹਦੇ ਭਰਮ ਭੁਲੇਖੇ ਮੁੱਕ ਜਾਂਦੇ ਨੇ। ਉਹਨੂੰ ਇਹ ਗੱਲ ਦਾ ਚੇਤਾ ਬਣਿਆ ਰਹਿੰਦਾ ਹੈ ਕਿ ਜਿਸ ਪਰਮਾਤਮਾ ਨੇ ਭਗਤ ਧਰੂ ਤੇ ਭਗਤ ਪ੍ਰਹਿਲਾਦ ਉਹਨਾਂ ਨੂੰ ਨਿਵਾਜਣਾ ਕੀਤਾ ਨਾ, ਵਡਿਆਈ ਦਿੱਤੀ, ਬਚਪਨ 'ਚ ਹੀ ਵਡਿਆਈ ਦੇਤੀ ਦੋਨਾਂ। ਰੱਬ ਦੇ ਪਿਆਰਿਆਂ ਦਾ ਭੁਲੇਖਾ ਨਿਕਲ ਜਾਂਦਾ ਹੈ ਕਿ ਜਿਹਨੇ ਧਰੂ ਤੇ ਪ੍ਰਹਿਲਾਦ ਨੂੰ ਨਵਾਜਿਆ, ਵਡਿਆਈ ਦਿੱਤੀ ਹੈ, ਉਹ ਮੇਰੇ ਤੇ ਵੀ ਬਖਸ਼ਿਸ਼ ਕਰੋ। ਇਸੇ ਕਰਕੇ ਕਿਹਾ ਵੀ ਹੈ ਬਾਣੀ ਨੇ, ਭਲੂਣਾ ਦਿੱਤਾ ਵੱਡੀ ਉਮਰ ਵਾਲਿਆਂ ਨੂੰ। ਕਹਿੰਦੇ ਬਈ ਬਜ਼ੁਰਗਾ, ਜੇ ਤੈਨੂੰ ਨਾਮ ਨਹੀਂ ਜਪਣਾ ਆਇਆ ਨਾ ਹਜੇ ਤੱਕ, ਤੇ ਕਹਿੰਦੇ ਫਿਰ ਧਰੂ ਤੋਂ ਤੇ ਪ੍ਰਹਿਲਾਦ ਤੋਂ ਸਿੱਖ ਲੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਨੇ ਤੇ ਪ੍ਰਹਿਲਾਦ ਨੇ 5-5 7-7 ਸਾਲਾਂ ਦੀ ਉਮਰ ਸੀ, ਬਸ ਜਪ ਕੇ ਉਸ ਵਾਹਿਗੁਰੂ ਜੀ ਦਾ ਨਾਮ ਉਹਦੇ ਨਾਲ ਇਕਮਿਕ ਹੋ ਗਏ, ਤੂੰ ਵੀ ਉਸੇ ਤਰ੍ਹਾਂ ਦਾ ਬਣ ਜਾ। ਜੇ ਉਮਰ ਬੀਤਣ ਦੇ ਹਿਸਾਬ ਨਾਲ ਤੈਨੂੰ ਸਮਝ ਨਹੀਂ ਆਈ ਤਾਂ ਇਹਨਾਂ ਬੱਚਿਆਂ ਨੂੰ ਦੇਖ ਕੇ ਆ ਜਾਣੀ ਚਾਹੀਦੀ ਸੀ। ਬਸ ਅਸੀਂ ਵੀ ਇਹ ਭਰੋਸਾ ਕਰੀਏ ਕਿ ਨਿਵਾਜਣ ਵਾਲਾ, ਵਡਿਆਈਆਂ ਦੇਣ ਵਾਲਾ ਉਹ ਹੈ। ਜਿਵੇਂ ਭਗਤ ਜੀ ਨੇ ਕਿਹਾ ਹੈ ਨਾ ਇੱਥੇ, ਗੁਰ ਕੋ ਸ਼ਬਦ ਲਇਓ, ਘਰ ਕੇ ਦੇਵ ਪਿੱਤਰ ਕੀ ਛੋਡੀ। ਆ ਜਿਹੜੇ ਖੋਤੀ ਮੰਨੀ ਬੈਠੇ ਆ ਅਸੀਂ, ਪੂਜਾ ਅਰਚਨਾ ਐਵੇਂ ਕਰੀ ਜਾਂਦੇ ਆ। ਚਲੋ ਬਚਿਆ ਹੋਇਆ ਸਿੱਖ ਜਗਤ ਤਾਂ ਬਹੁਤ ਗਿਣਤੀ, ਪਰ ਫੇਰ ਵੀ ਕਈ ਘਰਾਂ 'ਚ ਪਿੱਛਾ ਨਹੀਂ ਛੁੱਟਿਆ। ਘਰ ਕੇ ਦੇਵ ਪਿੱਤਰ ਕੀ ਛੋਡੀ, ਗੁਰ ਕੋ ਸ਼ਬਦ ਲਇਓ। ਭਗਤ ਜੀ ਕਹਿੰਦੇ ਗੁਰੂ ਦਾ ਸ਼ਬਦ ਲੈ ਲਿਆ। ਬਸ ਅਸੀਂ ਵੀ ਗੁਰੂ ਦਾ ਸ਼ਬਦ ਗ੍ਰਹਿਣ ਕਰੀਏ ਤੇ ਇਹ ਭਰੋਸਾ ਕਰੀਏ ਕਿ ਜਿਵੇਂ ਧਰੂ ਨੂੰ ਪ੍ਰਹਿਲਾਦ ਨੂੰ ਵਡਿਆਈ ਬਖਸ਼ੀ ਉਸ ਪਰਿਪੂਰਨ ਪਰਮਾਤਮਾ ਨੇ, ਤੇ ਹਰਨਾਕਸ਼ ਵਰਗੇ ਦੁਸ਼ਟਾਂ ਨੂੰ ਨੋਹਾਂ ਨਾਲ ਪਾੜਦਾ, ਉਸੇ ਤਰ੍ਹਾਂ ਕੋਈ ਦੁਸ਼ਟ ਸਾਡਾ ਵੀ ਕੁਝ ਨਹੀਂ ਵਿਗਾੜ ਸਕਦਾ। ਗੁਰੂ ਦੇ ਸ਼ਬਦ ਰਾਹੀਂ ਅਸੀਂ ਵੀ ਪਰਮਾਤਮਾ ਦੇ ਘਰ ਵਿੱਚ ਮਾਨ ਸਨਮਾਨ ਪ੍ਰਾਪਤ ਕਰ ਸਕਦੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਸਤਿਨਾਮ ਵਾਹਿਗੁਰੂ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ